Hello students, welcome to my YouTube channel The Quest Mathematics for Secondary and Senior Secondary Classes। लास्ट लेक्चर्स में हम लोगों ने मैट्रिसेस और डिटर्मिनेंट्स के टॉपिक को पूरा किया और इन दोनों चैप्टर्स के जो मैंने लिंक हैं वो मैंने डिस्क्रिप्शन बॉक्स में ऐड कर दिए हैं और आप वहाँ से मेरे पिछले टॉपिक्स जो है वो उनको देख सकते हैं और यू कैन टेक द एडवांटेज। लेट्स स्टार्ट विद द न्यू टॉपिक रिलेशंस एंड फंक्शंस फॉर द 12th क्लास। ਤਾਂ ਸਟੂਡੈਂਟਸ ਅੱਜ ਆਪਾਂ 10+2 ਕਲਾਸ ਦੇ ਵਿੱਚ ਰਿਲੇਸ਼ਨਸ ਐਂਡ ਫੰਕਸ਼ਨਸ ਦਾ ਚੈਪਟਰ ਜਿਹੜਾ ਹੈਗਾ ਉਹ ਸ਼ੁਰੂ ਕਰਦੇ ਹਾਂ ਔਰ ਉਸ ਚੈਪਟਰ ਦੇ ਵਿੱਚ ਫਸਟ ਟੌਪਿਕ ਆਪਾਂ ਸ਼ੁਰੂ ਕਰਦੇ ਹਾਂ ਰਿਲੇਸ਼ਨਸ ਤੋਂ ਰਿਲੇਟਡ। ਸੀ ਦ ਡੈਫੀਨੇਸ਼ਨ ਹੇਅਰ, suppose we have a pair of elements here a and b that belongs to relation R. This symbolic representation will give you, or we can read it like A is related to B by some relation R. Or if we write like this, BA belongs to R, that means B is related to A through some relation R. And we write it like ARB. A and read it like A is related to B. ठीक है ਵੀ A ਦਾ B ਦੇ ਨਾਲ ਕੋਈ ਨਾ ਕੋਈ ਇਸ ਰਿਲੇਸ਼ਨ ਨੂੰ ਸੈਟੀਸਫਾਈ ਕਰਦਾ ਹੋਇਆ ਕੋਈ ਰਿਲੇਸ਼ਨ ਹੈ। ਹੁਣ ਰਿਲੇਸ਼ਨਸ ਕੀ ਹੋ ਸਕਦੇ ਨੇ? ਕੋਈ ਵੀ, ਜਿਵੇਂ ਆਪਾਂ ਯੂਜ਼ੂਅਲ ਆਪਣੀ ਲਾਈਫ ਦੇ ਵਿੱਚ ਕੋਈ ਵੀ ਆਪਾਂ ਰਿਲੇਸ਼ਨ ਕਿ A B ਦਾ ਭਰਾ ਹੋ ਸਕਦਾ ਹੈ, A B ਦੀ ਭੈਣ ਹੋ ਸਕਦੀ ਹੈ, ਓਕੇ, A ਦੀ ਹਾਈਟ B ਨਾਲੋਂ 5 ਸੈਂਟੀਮੀਟਰ ਵੱਧ ਜਾਂ ਘੱਟ ਹੋ ਸਕਦੀ ਹੈ, ਆ ਵੀ ਰਿਲੇਸ਼ਨ ਹੋ ਸਕਦਾ ਹੈ। ਦੋਨਾਂ ਦੀ ਰਿਲੇਸ਼ਨਸ ਦੇ ਵਿੱਚ ਜਾਂ ਦੋਨੋਂ ਜਣੇ ਜਿਹੜੇ ਹੈਗੇ ਨੇ ਉਹ ਹੋ ਸਕਦਾ ਕਿ ਕੋਈ ਸੇਮ ਗੇਮ ਖੇਡਦੇ ਹੋਣ, ਹੈ ਨਾ, ਕੋਈ ਨਾ ਕੋਈ ਇਹਨਾਂ ਦਾ ਰਿਲੇਸ਼ਨ ਹੈ। ਇਹਨਾਂ ਦੋਨਾਂ ਦਾ ਟੀਚਰ ਜਾਂ ਕੋਚ ਸੇਮ ਹੋਵੇ, A is related to B in some cricket manners, ਤਾਂ ਕੋਈ ਨਾ ਕੋਈ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਬਣਦਾ ਹੈ। then we say that this pair of elements belongs to this relation, okay? A is related to B in some other, or some A is related to B in some relation, okay? ਇੱਥੇ ਮੈਂ ਤੁਹਾਨੂੰ ਹੋਰ ਅੱਗੇ ਆਪਾਂ ਟਾਈਪਸ ਆਫ ਰਿਲੇਸ਼ਨਸ ਨੂੰ ਕਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਐਮਟੀ ਤੇ ਐਕਸਟ੍ਰੀਮ ਰਿਲੇਸ਼ਨਸ ਕਿਹੜੇ ਹੋਣਗੇ ਔਰ ਉਹ ਕਿਵੇਂ ਬਣਦੇ ਨੇ। ਐਮਟੀ ਰਿਲੇਸ਼ਨ ਕਦੋਂ ਬਣਦਾ ਹੈ? ਜਦੋਂ ਦੋਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਨਾ ਹੋਵੇ। ਤਾਂ ਹੋਲ ਰਿਲੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਐਕਸਟ੍ਰੀਮ ਰਿਲੇਸ਼ਨਸ ਕਦੋਂ ਬਣਦੇ ਨੇ? ਜਦੋਂ ਦੋਨੋਂ ਜਿਹੜੇ ਐਲੀਮੈਂਟਸ ਨੇ ਉਹ ਆਪਸ ਵਿੱਚ ਹਰ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਰਿਲੇਸ਼ਨ ਤੋਂ ਜੁੜੇ ਹੋਣ। ਐਗਜ਼ਾਮਪਲ ਨਾਲ ਸਮਝਦੇ ਹਾਂ ਆਪਾਂ। A relation in a set A is a subset of this pair of elements. A cross A ਦਾ ਮਤਲਬ ਹੈ ਕਿ ਆਪਣੇ ਕੋਲ ਇਸ ਤਰ੍ਹਾਂ ਦੇ ਜੋ ਵੀ ਇਹਨਾਂ ਦੇ ਐਲੀਮੈਂਟਸ ਦੇ ਪੇਅਰਸ ਬਣਦੇ ਹੋਣਗੇ ਉਹ ਇਹ ਸੈੱਟ ਬਣੇਗਾ। A ਦੇ ਕੋਈ ਐਲੀਮੈਂਟਸ ਨੇ ਤਾਂ ਉਹ ਆਪਣੇ ਹੀ ਐਲੀਮੈਂਟਸ ਦੇ ਨਾਲ ਜਿੰਨੇ ਵੀ ਪੇਅਰਸ ਦੀ ਕੰਬੀਨੇਸ਼ਨ ਬਣਾ ਲੇਗਾ, ਪਰਮੂਟੇਸ਼ਨ ਕੰਬੀਨੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤਾਂ ਉਹ ਉਹਦਾ ਇੱਕ ਸੈੱਟ ਬਣ ਜਾਏਗਾ। ਤਾਂ ਇੱਥੇ ਮੈਂ ਕੀ ਕਹਿ ਰਿਹਾ ਕਿ ਜਿਹੜਾ ਸੈੱਟ A ਹੈ that is a subset of A cross A and this empty set and A cross A are two extreme relations। ਇਸ ਗੱਲ ਨੂੰ ਸਮਝਣ ਵਾਸਤੇ ਆਪਾਂ ਜਿਹੜਾ ਹੈਗਾ ਇੱਕ ਐਗਜ਼ਾਮਪਲ ਲੈਂਦੇ ਆ, ਉਹਦੇ ਵਿੱਚ ਮੈਂ ਦੋ ਰਿਲੇਸ਼ਨਸ ਕੰਸੀਡਰ ਕਰਦਾ। ਕੰਸੀਡਰ two relations through this single set A having elements 1 2 3 4 और फर्स्ट रिलेशन की है this pair of elements A B such that A minus B is equal to 10, यानी कि आ वाले ਜਿਹੜੇ एलिमेंट्स ने ਉਹ ਇਸ ਰਿਲੇਸ਼ਨ ਤੋਂ ਨਾਲ ਜੁੜੇ ਹੋਏ ਨੇ। ਤਾਂ ਕੀ ਇਹ ਰਿਲੇਸ਼ਨ ਹੋਲ ਸੈੱਟ ਹੈ, ਯੂਨੀਵਰਸਲ ਸੈੱਟ ਹੈ ਜਾਂ ਐਮਟੀ ਸੈੱਟ ਹੈ, ਇਹ ਆਪਾਂ ਦੇਖਣਾ ਹੈ। ਤਾਂ ਇਹਦੇ ਤੋਂ ਰਿਲੇਟਡ ਤੁਸੀਂ ਦੇਖੋ ਇਹਨਾਂ ਦੇ ਜਿਹੜੇ ਵੀ ਪੇਅਰ, ਕਿਉਂਕਿ ਇਹਦੇ ਵਿੱਚ 4 ਐਲੀਮੈਂਟ ਨੇ ਤਾਂ ਦੋ ਪੇਅਰ ਤੁਸੀਂ ਬਣਾ ਕੇ ਦੇਖੋ। ਆਪਾਂ ਜਿਵੇਂ 1 2 ਲੈ ਲੈਨੇ ਆ ਜਾਂ 2 3 ਲੈ ਲਓ ਜਾਂ 3 4 ਲੈ ਲਓ ਜਾਂ 4 1 ਲੈ ਲਓ ਜਾਂ 4 2 ਲੈ ਲਓ, 3 2 ਲੈ ਲਓ। 3 2 ਤਾਂ ਵੈਸੇ ਇਹਦਾ ਉਲਟ ਜਾਏਗਾ, ਤਾਂ ਆਪਾਂ A to B ਚੱਲ ਰਹੇ ਹਾਂ, ਓਕੇ। ਤਾਂ 4 ਵੈਸੇ 4 3 ਵੀ ਲੈ ਸਕਦੇ ਹਾਂ, ਕੋਈ ਐਸੀ ਗੱਲ ਨਹੀਂ ਹੈ। ਕੋਈ ਵੀ ਦੋ ਪੇਅਰ ਲੈ ਲਓ ਤੁਸੀਂ ਔਰ ਉਹਨਾਂ ਦਾ ਡਿਫਰੈਂਸ ਕਰਕੇ ਦੇਖੋ ਕਿਆ ਉਹ ਡਿਫਰੈਂਸ 10 ਦੇ ਬਰਾਬਰ ਆ ਰਿਹਾ ਹੈ। ਤਾਂ ਕਿਸੇ ਵੀ ਪੇਅਰ ਆਫ ਐਲੀਮੈਂਟਸ ਦਾ ਅਗਰ ਆਪਾਂ ਇਸ ਰਿਲੇਸ਼ਨ ਨਾਲ ਉਹਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਇਸ ਕੰਬੀਨੇਸ਼ਨ ਨੂੰ ਜਾਂ ਇਸ ਕੰਡੀਸ਼ਨ ਨੂੰ ਜਿਹੜਾ ਹੈਗਾ ਉਹ ਸੈਟੀਸਫਾਈ ਨਹੀਂ ਕਰਦਾ। ਕਿਉਂਕਿ ਕੋਈ ਵੀ ਐਲੀਮੈਂਟ ਲੈ ਲਓ 1 - 2 is -1 not equal to 10,
राइट। कोई भी एलिमेंट ले लो 3 - 4 या 4 - 1 या 4 - 2, कोई भी 10 के बराबर नहीं है। सो दिस रिलेशन इज एम्प्टी। ठीक है, तो दो एक्सट्रीम रिलेशंस ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ phi ਹੈ that is an empty relation, ਕਿਉਂਕਿ ਉਹਦੇ ਜਿਹੜੇ pair of elements ਨੇ ਉਹ ਕਿਸੇ ਵੀ ਤਰ੍ਹਾਂ ਆਪਸ ਵਿੱਚ ਰਿਲੇਟਡ ਨਹੀਂ ਹੈਗੇ। ਫਿਰ ਆਪਾਂ ਗੱਲ ਕਰਦੇ ਹਾਂ ਜਿਹੜਾ ਸੈਕੰਡ ਰਿਲੇਸ਼ਨ ਆਪਾਂ ਡਿਫਾਈਨ ਕੀਤਾ ਹੈ ਕਿ A B ਇਸ ਤਰ੍ਹਾਂ ਦੇ pair of elements ਨੇ ਥਰੂ ਦਿਸ ਸੈਟ ਕਿ ਉਹ ਆਪਸ ਵਿੱਚ ਉਹਨਾਂ ਦਾ ਜਿਹੜਾ ਮੋਡੂਲਸ ਲਈਏ ਯਾਨੀ ਕਿ ਐਬਸੋਲੂਟ ਵੈਲਿਊ ਲਈਏ ਤਾਂ ਉਹ 0 ਤੋਂ ਵੱਡੀ ਆਵੇ, greater than 0, the absolute value of their difference be greater than 0. Absolute value means you don't have to take the negative sign or a positive sign, you have just take the absolute value. Okay, ਤਾਂ ਇੱਥੇ ਤੁਸੀਂ ਚੈੱਕ ਕਰਕੇ ਦੇਖ ਲਓ ਹੁਣ ਜੇ ਮੈਂ a minus a ਲੈ ਰਿਹਾ pair 1 - 2 ਦਾ ਐਬਸੋਲੂਟ ਵੈਲਿਊ ਲਵਾਂਗੇ 1, that is greater than 0. 3 - 4 ਲੈ ਰਹੇ ਹਾਂ ਤਾਂ -1, that is here we have also -1 that is the absolute value ਲਵਾਂਗੇ ਤਾਂ greater than 0 ਆ ਜਾਏਗੀ। 4 - 3 ਲੈ ਰਹੇ ਹਾਂ, ਅਗਰ ਆ pair ਲੈ ਰਹੇ ਹਾਂ that is 1, absolute value is 1, greater than 0. Then every pair of this set, okay, satisfied this relation. So this we set this type of relation we called as universal set. Okay, ਤਾਂ ਇਸ ਤਰ੍ਹਾਂ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਕਿ ਜਿਹੜਾ ਸੈਟ ਆਪਾਂ ਨੂੰ ਦਿੱਤਾ ਹੈ ਉਹ ਸੈਟ ਜਿਹੜੇ ਰਿਲੇਸ਼ਨ ਨੂੰ ਸੈਟੀਸਫਾਈ ਕਰਦਾ ਹੈ, और अगर वो करता है तो यूनिवर्सल है, और अगर नहीं करता तो वो एम्प्टी सेट है, हाँ एम्प्टी रिलेशन है। ओके जी, डिस्कस करते हैं ये टाइप्स की ने, टाइप्स ऑफ रिलेशंस अपने को जिवें मैं हुण तुहानूं दस्सिया है दो टाइप्स मैं तुहानूं दस ही दित्तियां, एम्प्टी ते यूनिवर्सल लगियां ने। ते ਤਾਂ ਜਿਹੜੀਆਂ ਹੁਣ ਆਪਾਂ ਦੋ ਐਗਜ਼ਾਮਪਲਸ ਲਈਆਂ ਨੇ ਉਹਦੇ ਤੋਂ ਫਿਰ ਆਪਾਂ ਕੀ ਸਮਝਦੇ ਹਾਂ ਕਿ ਇਹਦੀ ਐਮਟੀ ਰਿਲੇਸ਼ਨ ਦੀ ਤੇ ਇਕੁਇਵਲੈਂਸ ਰਿਲੇਸ਼ਨ ਦੀ ਡੈਫੀਨੇਸ਼ਨ ਕੀ ਬਣਦੀ ਹੈ। देखो एम्प्टी रिलेशन का मतलब है एक ऐसा रिलेशन जिहदे विच जिहड़े सैट तो बनाया गया है उहदे हरेक एलीमेंट जिहड़ा हैगा या कोई भी एलीमेंट अपने किसी भी एलीमेंट तो रिलेटेड नहीं हैगा, दैट इज इन पंजाबी। ठीक है, डेफिनेशन की बन जाए रिलेशन आर इन ए सेट इज एम्प्टी इफ वी हैव आर इज इक्वल टू दिस phi set, phi means empty set and phi is a subset of A cross A, okay, pair of elements, that is no element of A is related to any element of A। यानी कि suppose जिवें आपां एलिमेंट्स लए सीगे ते एदा हर एक एलिमेंट अपने ही एलिमेंट दे नाल किसी भी तरीके दे नाल रिलेटेड नहीं है थ्रू दिस रिलेशन। अगर आप इस रिलेशन की गल करिए तो एदे विच हर एक एलिमेंट जिहड़ा हैगा वो अपने ही एलिमेंट दे नाल रिलेटेड है थ्रू दिस रिलेशन, सो दैट इज यूनिवर्सल सेट। तो यूनिवर्सल सेट की डेफिनेशन की बनेगी, a relation R in a set A is universal if R is equal to A cross A, that is each element of A is related to every other element of A, अपने ही एलिमेंट ਦੇ ਨਾਲ ਉਹ ਰਿਲੇਟਡ ਹੈ ਥਰੂ ਅ ਪਾਰਟਿਕੂਲਰ ਰਿਲੇਸ਼ਨ। ਇੱਕ ਅੱਧੀ ਆਪਾਂ ਹੋਰ ਐਗਜ਼ਾਮਪਲ ਇਹਦੀ ਲੈ ਲੈਂਦੇ ਆ। ਸੁਪੋਜ਼ ਕਰੋ ਕਿ ਤਾਂ ਜਿਵੇਂ ਆਪਾਂ ਹੁਣ ਡੈਫੀਨੇਸ਼ਨਸ ਲਈਆਂ ਨੇ ਐਮਟੀ ਤੇ ਯੂਨੀਵਰਸਲ ਦੀਆਂ, ਤੇ ਦੋ ਐਗਜ਼ਾਮਪਲਸ ਮੈਂ ਪਹਿਲੇ ਵੀ ਲੈ ਚੁੱਕੇ ਹਾਂ, ਇੱਕ ਹੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ। ਆਪਾਂ ਮੰਨ ਕੇ ਚੱਲਦੇ ਹਾਂ ਕਿ ਇੱਕ ਸੈੱਟ ਹੈ ਆਪਣੇ ਕੋਲ ਜਿਹਦੇ ਵਿੱਚ ਬॉयਜ਼ ਸਕੂਲ ਦੇ ਸਾਰੇ ਸਟੂਡੈਂਟਸ ਦਾ ਇੱਕ ਸੈੱਟ ਆਪਾਂ ਬਣਾ ਲਿਆ, ਉਹਨੂੰ ਨਾਂ ਦੇਤਾ ਕਿ ਦੈਟ ਸੈੱਟ ਇਜ਼ ਸੈੱਟ A। ਹੁਣ ਉਹਦੇ ਤੋਂ ਆਪਾਂ ਦੋ ਰਿਲੇਸ਼ਨਸ ਨੂੰ ਚੈੱਕ ਕਰਦੇ ਹਾਂ ਕਿ ਉਸ ਬॉयਜ਼ ਸਕੂਲ ਯਾਨੀ ਕਿ ਉਹ ਸਕੂਲ ਦੇ ਵਿੱਚ ਜਿੰਨੇ ਵੀ ਮਤਲਬ ਸਾਰੇ ਬॉयਜ਼ ਨੇ, ਬॉयਜ਼ ਸਕੂਲ ਹੀ ਹੈ, ਠੀਕ ਹੈ, क्या इस रिलेशन ਨੂੰ ਸੈਟੀਸਫਾਈ ਕਰਦੇ ਨੇ, ਕਿਸ ਤਰੀਕੇ ਨਾਲ ਕਰਦੇ ਨੇ, क्या ਉਹ ਐਮਪਟੀ ਨੇ ਜਾਂ ਉਹ ਯੂਨੀਵਰਸਲ ਨੇ, ਇਹ ਆਪਾਂ ਚੈੱਕ ਕਰਦੇ ਹਾਂ। ਦੇਖੋ ਫਸਟ ਰਿਲੇਸ਼ਨ ਆਪਣੇ ਕੋਲ ਹੈ ਕਿ ਆਪਾਂ ਉਸ ਬॉयਜ਼ ਸਕੂਲ ਦੇ ਸਟੂਡੈਂਟਸ ਵਿੱਚੋਂ ਦੋ ਸਟੂਡੈਂਟ ਚੱਕ ਲਏ ਨੇ ਔਰ ਉਹਨਾਂ ਨੂੰ ਆਪਾਂ ਇਸ ਰਿਲੇਸ਼ਨ ਤੋਂ ਰਿਲੇਟ ਕਰ ਰਹੇ ਹਾਂ ਕਿ ਜਿਹੜਾ ਪਹਿਲਾ ਸਟੂਡੈਂਟ ਹੈ ਉਹ ਦੂਸਰੇ ਦਾ ਸਿਸਟਰ ਹੈ, A ਇਜ਼ ਅ ਸਿਸਟਰ ਆਫ B। ਇਜ਼ ਇਟ ਪੋਸੀਬਲ? ਸੋਚ ਕੇ ਦੇਖੋ, ਕਿਉਂਕਿ ਮੈਂ ਤਾਂ ਕਹਿ ਰਿਹਾ ਕਿ ਉਹ ਸਕੂਲ ਹੀ ਸਾਰਾ ਬॉयਜ਼ ਦਾ ਹੈ, ਤਾਂ ਪਹਿਲਾ ਸਟੂਡੈਂਟ ਦੂਸਰੇ ਸਟੂਡੈਂਟ ਦੀ ਸਿਸਟਰ ਕਿਵੇਂ ਹੋ ਸਕਦਾ? ਦੈਟ ਮੀਨਸ ਦਿਸ ਰਿਲੇਸ਼ਨ ਇਜ਼ ਐਮਪਟੀ ਰਿਲੇਸ਼ਨ, ਕਿ ਇਹਦੇ ਵਿੱਚ ਕੁਝ ਵੀ ਰਿਲੇਸ਼ਨ ਬਣੇਗਾ ਨਹੀਂ ਕਿਸੇ ਵੀ ਐਲੀਮੈਂਟ ਦਾ। ਕੋਈ ਵੀ ਪੇਅਰ ਚੱਕ ਲਓ, ਚਾਹੇ 1 2 ਚੱਕ ਲਓ, 3 4 ਚੱਕ ਲਓ, 10 15 ਕੋਈ ਜਿੰਨੇ ਵੀ ਬॉयਜ਼ ਨੇ, ਮੰਨ ਲਓ 100 ਬॉयਜ਼ ਨੇ ਤਾਂ 99th ਬॉय ਚੱਕ ਲਓ ਚਾਹੇ 98th ਬॉय ਚੱਕ ਲਓ, ਦੋਨੋਂ ਹੀ ਆਪਸ ਵਿੱਚ ਭਰਾ ਹੋ ਸਕਦੇ ਨੇ ਤੇ ਸਿਸਟਰ ਤਾਂ ਨਹੀਂ ਹੋ ਸਕਦੀ, ਹੈ ਨਾ, ਪਹਿਲਾ ਦੂਸਰੇ ਦੀ ਸਿਸਟਰ ਨਹੀਂ ਹੋ ਸਕਦੀ। ਸੋ ਦਿਸ ਇਜ਼ ਐਮਪਟੀ ਸੈਟ। ਹੁਣ ਆਨੇ ਆ ਸੈਕਿੰਡ ਪਾਸੇ ਕਿ ਇੱਕ ਰਿਲੇਸ਼ਨ ਆਪਣੇ ਕੋਲ ਹੈਗਾ ਹੈ ਦ ਡਿਫਰੈਂਸ ਆਫ ਹਾਈਟਸ ਆਫ ਟੂ ਸਟੂਡੈਂਟਸ
ਲੈਸ ਦੈਨ 3 ਮੀਟਰ ਆ ਹੋ ਸਕਦਾ ਹੈ ਨਾ। ਜਿੰਨੇ ਦੀ ਮੰਨ ਲਓ ਆਪਾਂ ਜੇ ਮੰਨ ਕੇ ਚੱਲਦੇ ਹਾਂ ਉਸ ਵਿੱਚ 100 ਸਟੂਡੈਂਟਸ ਨੇ ਜਾਂ 1000 ਸਟੂਡੈਂਟਸ ਨੇ, ਤਾਂ ਕਿਸੇ ਵੀ 2 ਸਟੂਡੈਂਟ ਦੀ ਜੇਕਰ ਆਪਾਂ ਹਾਈਟ ਦਾ ਡਿਫਰੈਂਸ ਕਰਾਂਗੇ ਤਾਂ ਇਟ ਮਸਟ ਬੀ ਪੋਸੀਬਲ ਕਿ ਉਹਨਾਂ ਦੀ ਹਾਈਟ ਜਿਹੜੀ ਆ ਉਹ 3 ਮੀਟਰ ਤੋਂ ਘੱਟ ਹੋਊਗੀ। ਤਾਂ ਦਿਸ ਰਿਲੇਸ਼ਨ ਇਜ਼ ਯੂਨੀਵਰਸਲ ਰਿਲੇਸ਼ਨ। ਮੇਰੇ ਖਿਆਲ ਤੁਹਾਨੂੰ ਮੈਂ ਹੁਣ ਕਾਫੀ ਇਹਦੇ ਵਿੱਚ ਐਗਜ਼ਾਮਪਲਸ ਲੈ ਕੇ ਔਰ ਕਾਫੀ ਅੱਛੇ ਤਰੀਕੇ ਦੇ ਨਾਲ ਮੈਂ ਦੱਸਤਾ ਕਿ ਰਿਲੇਸ਼ਨ ਕੀ ਹੁੰਦਾ ਹੈ। ਤੇ ਉਸ ਰਿਲੇਸ਼ਨ ਦੇ ਵਿੱਚ ਅਗਰ ਟਾਈਪਸ ਆਪਾਂ ਦੇਖੀਏ ਤਾਂ ਫਸਟ 2 ਟਾਈਪਸ ਮੈਂ ਤੁਹਾਨੂੰ ਦੱਸਿਆ, ਐਮਟੀ ਰਿਲੇਸ਼ਨਸ ਕਿਹੜੇ ਨੇ ਤੇ ਯੂਨੀਵਰਸਲ ਰਿਲੇਸ਼ਨਸ ਕਿਹੜੇ ਹੁੰਦੇ ਨੇ। ਠੀਕ ਹੈ ਜੀ। ਐਮਟੀ ਰਿਲੇਸ਼ਨ ਇਹ ਜਿਹਦੇ ਵਿੱਚ 2 ਐਲੀਮੈਂਟਸ ਜੋ A ਕ੍ਰੋਸ A ਦੇ ਐਲੀਮੈਂਟਸ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਰਿਲੇਟਡ ਨਾ ਹੋਣ ਆਪਸ ਵਿੱਚ, ਤੇ ਯੂਨੀਵਰਸਲ ਰਿਲੇਸ਼ਨ ਦੇ ਵਿੱਚ ਈਚ ਐਲੀਮੈਂਟ ਆਫ A is related to every other element of itself, ਯਾਨੀ ਕਿ ਆਪਣੇ ਹੀ ਸੈੱਟ ਦੇ ਹਰ ਇੱਕ ਐਲੀਮੈਂਟ ਦੇ ਨਾਲ ਰਿਲੇਟਡ ਹੋਵੇ, ਉਹਨੂੰ ਆਪਾਂ ਯੂਨੀਵਰਸਲ ਸੈੱਟ ਜਾਂ ਯੂਨੀਵਰਸਲ ਰਿਲੇਸ਼ਨ ਕਹਿ ਦਿੰਦੇ ਹਾਂ। ਓਕੇ, ਲੈਟਸ ਹੈਵ ਸਮ ਮੋਰ ਐਗਜ਼ਾਮਪਲਸ। ਲੈਟਸ ਡਿਸਕਸ ਸਮ ਅਦਰ ਟਾਈਪਸ ਆਫ ਰਿਲੇਸ਼ਨਸ। ਠੀਕ ਹੈ, 2 ਤਾਂ ਮੈਂ ਤੁਹਾਨੂੰ ਪਹਿਲੇ ਦੱਸਤੀਆਂ ਨੇ, ਐਮਟੀ ਰਿਲੇਸ਼ਨ ਕਿਹੜਾ ਹੈ ਤੇ ਯੂਨੀਵਰਸਲ ਰਿਲੇਸ਼ਨ ਕਿਹੜਾ ਹੈ। ਲੈਟਸ ਡਿਸਕਸ ਦ ਥਰਡ ਟਾਈਪ ਆਫ ਰਿਲੇਸ਼ਨ, that is reflexive relation। ਉਹ ਰਿਲੇਸ਼ਨ ਕੀ ਹੋਏਗਾ? reflexive relation in a set A is reflexive if A is related to A through this relation. If this pair of elements A and A belongs to R, for all A belongs to A, then we say that A is related to itself। reflexive ਦਾ ਮਤਲਬ ਹੈ ਅਗਰ ਕੋਈ ਵੀ ਆਪਾਂ ਇੱਕ ਐਲੀਮੈਂਟ ਲੈਨੇ ਆ, ਉਹੀ ਐਲੀਮੈਂਟ ਆਪਣੇ ਆਪ ਦੇ ਨਾਲ ਕਿਸੇ ਇੱਕ ਪਾਰਟਿਕੂਲਰ ਰਿਲੇਸ਼ਨ ਤੋਂ ਅਗਰ ਰਿਲੇਟਡ ਹੋਵੇ, then we say that relation is reflexive relation। ਠੀਕ ਹੈ, ਐਗਜ਼ਾਮਪਲਸ ਆਪਾਂ ਹੁਣੇ ਲਵਾਂਗੇ ਇਹ ਤੋਂ ਬਾਅਦ, ਤਾਂ ਤੁਹਾਨੂੰ ਜ਼ਿਆਦਾ ਸਮਝ ਆਏਗਾ ਕਿ ਰਿਫਲੈਕਸਿਵ ਕੀ ਹੈ, ਸਿਮੈਟ੍ਰਿਕ ਕੀ ਹੈ ਤੇ ਆਪਣਾ ਟ੍ਰਾਂਜ਼ਿਟਿਵ ਰਿਲੇਸ਼ਨ ਕੀ ਹੈ। ਪਹਿਲੇ ਇੱਕ ਆਪਾਂ ਡੈਫੀਨੇਸ਼ਨ ਸਮਝ ਲੈਂਦੇ ਹਾਂ। ਸਿਮੈਟ੍ਰਿਕ ਰਿਲੇਸ਼ਨ ਕਿਹੜੇ ਹੁੰਦੇ ਨੇ? if we have in a set we are taking 2 elements and that they are related through a relation R, A B related to each other through a relation R, this implies that if A is related to B, this implies that B is related to A। okay, then that type of relation or relation देखो same है, ਜਿਹਦੇ ਨਾਲ A B ਨਾਲ related ਹੈ ਉਸੇ relation ਦੇ ਨਾਲ B A ਨਾਲ related ਹੈ, then that type of relation is called a symmetric relation। and transitive relation is if A is related to B through this relation R, B is related to C through the same relation R, then A will be related to C, this implies, okay, A will be related to C through the same relation, then that type of relation is called transitive relation। यानी कि अगर पहला दूसरे के नाल रिलेटेड है, दूसरा तीसरे के नाल रिलेटेड है, तो पहला फिर तीसरे नाल रिलेटेड होएगा थ्रू दैट सेम रिलेशन, देन दैट रिलेशन इज कॉल्ड अ ट्रांजिटिव रिलेशन। और एक अपने कोल हुण एक 6th टाइप आ रही है इक्विवेलेंस रिलेशन, ਜਿਹੜਾ ਰਿਲੇਸ਼ਨ ਇਹਨਾਂ ਤਿੰਨਾਂ ਫੀਚਰਸ ਨੂੰ, ਤਿੰਨੇ ਟਾਈਪਸ ਨੂੰ ਸੈਟੀਸਫਾਈ ਕਰਦਾ ਹੈ। ਓਕੇ, ਜਿਹੜਾ ਰਿਲੇਸ਼ਨ ਰਿਫਲੈਕਸਿਵ ਵੀ ਹੋਵੇਗਾ, ਜਿਹੜਾ ਰਿਲੇਸ਼ਨ ਸਿਮੈਟ੍ਰਿਕ ਵੀ ਹੋਏਗਾ, ਜਿਹੜਾ ਰਿਲੇਸ਼ਨ ਟ੍ਰਾਂਜ਼ਿਟਿਵ ਵੀ ਹੋਏਗਾ, that relation is called an equivalence relation। ਹੁਣ ਆਪਾਂ ਇਹਦੀਆਂ ਕੁਝ ਐਗਜ਼ਾਮਪਲਸ ਕਰ ਲੈਂਦੇ ਆ ਤਾਂ ਫਿਰ ਆਪਾਂ ਨੂੰ ਜ਼ਿਆਦਾ ਸਮਝ ਆਏਗਾ। ਓਕੇ, ਤਾਂ ਆਪਾਂ ਇੱਥੇ ਐਗਜ਼ਾਮਪਲ ਲੈ ਰਹੇ ਹਾਂ। ਲੈਟ T be a set, ਔਰ ਉਹ ਸੈੱਟ ਕੀ ਹੈ? ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਸਾਰੀਆਂ ਟ੍ਰਾਇੰਗਲਸ ਇੱਕ ਪਲੇਨ ਦੇ ਵਿੱਚ ਜਿੰਨੀਆਂ ਵੀ ਟ੍ਰਾਇੰਗਲਸ ਬਣ ਸਕਦੀਆਂ ਨੇ ਉਹਨਾਂ ਦਾ ਇੱਕ ਸੈੱਟ ਹੈ ਇਹ, ਐਂਡ that is denoted by T। T means set of triangles, all triangles। ਓਕੇ, ਔਰ ਇਹਦੇ ਸੈੱਟ ਤੋਂ ਆਪਾਂ ਇੱਕ ਰਿਲੇਸ਼ਨ ਡਿਫਾਈਨ ਕਰ ਰਹੇ ਹਾਂ ਕਿ ਕਿਆ ਇਹ ਸੈੱਟ ਦੇ ਸਾਰੇ ਐਲੀਮੈਂਟਸ, ਪੇਅਰ ਆਫ ਐਲੀਮੈਂਟਸ, ਕਿਆ ਇਸ ਰਿਲੇਸ਼ਨ ਨੂੰ ਸੈਟੀਸਫਾਈ ਕਰਦੇ ਨੇ। ਔਰ ਉਹ ਰਿਲੇਸ਼ਨ ਕੀ ਹੈ? ਵੀ ਆਰ ਡਿਫਾਈਨਿੰਗ ਕਿ ਕੋਈ ਇੱਕ ਪੇਅਰ ਆਫ ਐਲੀਮੈਂਟ ਤੁਸੀਂ ਚੱਕਣਾ, ਲੈਣਾ ਹੈ ਤੇ ਉਹਨੂੰ ਚੈੱਕ ਕਰਨਾ ਹੈ ਕਿ ਉਹ ਪੇਅਰ ਆਫ ਐਲੀਮੈਂਟ ਜਿਹੜਾ ਹੈਗਾ, ਯਾਨੀ ਕਿ ਟ੍ਰਾਇੰਗਲਸ ਦਾ ਜਿਹੜਾ 2 ਪੇਅਰਸ ਆਪਾਂ ਲਏ ਆ ਉਸ ਪੂਰੇ ਸੈੱਟ ਦੇ ਵਿੱਚੋਂ, ਕਿਆ ਉਹ ਆਪਸ ਵਿੱਚ ਕੌਨਗਰੂਐਂਟ ਹੈਗੇ ਨੇ। ਫਸਟ ਆਫ ਆਲ ਯੂ ਹੈਵ ਟੂ ਰਿਮੈਂਬਰ ਕਿ ਆਪਣੀ ਇੱਕ ਮੈਮਰੀ ਰਿਕਾਲ ਕਰੋ ਕਿ 2 ਟ੍ਰਾਇੰਗਲਸ ਆਪਸ ਵਿੱਚ ਕੌਨਗਰੂਐਂਟ ਕਦੋਂ ਹੁੰਦੀਆਂ ਨੇ। ਠੀਕ ਹੈ, ਕੌਨਗਰੂਐਂਟ ਕਦੋਂ ਹੁੰਦੀਆਂ ਨੇ? ਜਦੋਂ ਉਹਨਾਂ ਦੇ ਕੋਰਸਪੋਂਡਿੰਗ ਐਂਗਲਸ ਆਪਸ ਵਿੱਚ ਬਰਾਬਰ ਹੋਣ ਐਂਡ ਕੋਰਸਪੋਂਡਿੰਗ ਸਾਈਡਸ ਦੀ ਲੈਂਥ, 2 ਟ੍ਰਾਇੰਗਲਸ ਦੇ ਵਿੱਚ ਕੋਰਸਪੋਂਡਿੰਗ ਸਾਈਡਸ ਦੀ ਲੈਂਥ ਜਿਹੜੀ ਹੈਗੀ ਹੈ ਉਹ ਆਪਸ ਵਿੱਚ ਇਕੁਅਲ ਵੀ ਹੋਵੇ, ਯਾਨੀ ਕਿ ਐਗਜ਼ੈਕਟਲੀ ਸੇਮ ਸ਼ੇਪ ਐਂਡ ਸੇਮ ਸਾਈਜ਼, then 2 triangles are said to be congruent। okay, ਤਾਂ ਉਹ ਕਹਿੰਦਾ ਹੈ ਕਿ ਜਿਹੜਾ ਰਿਲੇਸ਼ਨ ਉਹਨੇ ਡਿਫਾਈਨ ਕੀਤਾ ਹੈ ਉਹ ਚੈੱਕ ਕਰੋ ਕਿ ਉਹ ਇਕੁਇਵਲੈਂਸ ਹੈ ਕਿ ਨਹੀਂ। that means
ਇਕੁਇਵਲੈਂਸ ਚੈੱਕ ਕਰਨ ਦੇ ਲਈ ਆਪਾਂ ਤਿੰਨ ਚੀਜ਼ ਚੈੱਕ ਕਰਾਂਗੇ, ਤਿੰਨ ਰਿਲੇਸ਼ਨਸ ਆਪਾਂ ਨੂੰ ਸੈਟੀਸਫਾਈ ਕਰਨੇ ਪੈਣਗੇ ਕਿ क्या वो रिलेशन सिमेट्रिक है, क्या वो रिलेशन रिफ्लेक्सिव है, क्या वो रिलेशन ट्रांजिटिव है। ओके, तो फर्स्ट ऑफ ऑल वी आर चेकिंग कि रिफ्लेक्सिव है कि नहीं है। यदि रिफ्लेक्सिवनेस चेक ਕਰਨ ਦੇ ਲਈ ਤੁਸੀਂ ਕੋਈ ਵੀ ਦੋ ਐਲੀਮੈਂਟ ਚੱਕੋ ਇਹਦੇ ਵਿੱਚੋਂ ਔਰ ਉਹ ਦੋ ਐਲੀਮੈਂਟ ਬਿਲਕੁਲ ਸੇਮ ਹੋਣੇ ਚਾਹੀਦੇ ਨੇ, ਯਾਨੀ ਕਿ ਇੱਕ ਐਲੀਮੈਂਟ ਆਪਣੇ ਆਪ ਦੇ ਨਾਲ, ਤਾਂ ਆਪਾਂ ਕੀ ਕਰ ਰਹੇ ਹਾਂ, ਇੱਕ ਟ੍ਰਾਇੰਗਲ ਮੈਂ ਲਈ ਤੇ ਉਹ ਖੁਦ ਦੇ ਨਾਲ T1 is congruent to itself, है ना। कोई भी मैं ट्रायंगल ले लेना, देखो आ मैं ਲਈ है ट्रायंगल, ਇਹਦਾ ਨਾਮ ਹੈ ਲਿਆ ABC और एग्जांपल ਆਪਾਂ ਮੰਨ ਕੇ ਚੱਲਦੇ ਹਾਂ ਕਿ ਆ 5 ਸੈਂਟੀਮੀਟਰ ਹੈ, ਆ 4 ਸੈਂਟੀਮੀਟਰ ਹੈ, ਆ 3 ਸੈਂਟੀਮੀਟਰ ਹੈ, ਇਹਦੀ ਲੈਂਥ ਜਿਹੜੀ ਹੈਗੀ ਹੈ, ਠੀਕ ਹੈ। ਮੈਂ ਆਹੀ ਸੇਮ ट्रायंगल ਲੈਣਾ ਕਿਉਂਕਿ ट्रायंगल ਸੇਮ ਹੈ ਤਾਂ ਆਪਾਂ ਉਹ ਡਿਫਰੈਂਟ ਨਹੀਂ ਕਰ ਸਕਦੇ। ਇਹਦਾ ਨਾਮ ਵੀ ਫਿਰ ਕੀ ਹੋਏਗਾ, ABC, ਲੈਂਥ ਕਿੰਨੀ ਹੋਏਗੀ 5 4 ਐਂਡ 3। ਤਾਂ ਕਿਆ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ each triangle is congruent to itself? So T1 is this is the sign of congruency, congruent to itself, ठीक है। That means reflexive property holds for this relation। तो फर्स्ट अपने को पता लग गया कि R is reflexive, क्यों? क्योंकि हर एक ट्रायंगल अपने आप दे नाल ਤਾਂ सिमेट्रिक होगी, ठीक है। ਹੁਣ ਆਪਾਂ ਚੈੱਕ ਕਰਦੇ ਹਾਂ ਕਿ ਕੋਈ ਦੋ ਡਿਫਰੈਂਟ ਐਲੀਮੈਂਟ ਲੈ ਕੇ ਚੈੱਕ ਕਰਦੇ ਹਾਂ ਆਪਾਂ ਕਿ ਕਿਆ ਉਹ ਇੱਕ ਦੂਜੇ ਦੇ ਨਾਲ ਕਨਗਰੂਐਂਟ ਹੋਣਗੇ। ਤਾਂ ਸੈਕਿੰਡ ਆਪਾਂ ਚੈੱਕ ਕਰਦੇ ਹਾਂ ਇਹਦੇ ਵਿੱਚ ਕਿ R is symmetric, is it true or not, okay। ਤਾਂ ਆਪਾਂ ਕੀ ਕੀਤਾ, ਦੋ ट्रायंगल्स ले लिया, एक का नाम मैं ले लिया T1, एक का नाम मैं ले लिया T2, ठीक है। और अगर T1 देखो if का मतलब क्या है कि if A is related to B, यानी कि if A is congruent to B, this implies that B is congruent to A, तो बिल्कुल ठीक है। एक T1 मैं ਲਈ है और if का means के ओ अगर ਇਹਦੇ ਨਾਲ ABC DEF ਦੇ ਨਾਲ ਅਗਰ congruent ਹੈ, अगर means that is given to you, ਤਾਂ ਅਗਰ ਇਹਦਾ ਸੇਮ ਇਹਦੀ ਸਾਈਜ਼ ਔਰ ਸ਼ੇਪ ਇਹਦੇ ਸਾਈਜ਼ ਔਰ ਸ਼ੇਪ ਦੇ ਨਾਲ ਸੇਮ ਹੈ ਤਾਂ ਡੈਫੀਨਿਟਲੀ ਫਿਰ ਵਾਈਸ ਵਰਸਾ ਵੀ ਤਾਂ ਉਲਟਾ ਹੋਊਗਾ ਕਿ if T1 is congruent to T2, this implies that T2 is congruent to T1। that means if first relation T1 T2 belongs to R, this implies that T2 T1 also belongs to R। यानी कि अगर T1 is related to T2 through this relation की है कि दोनों ट्रायंगल ਜਿਹੜੀਆਂ ਨੇ ਉਹ ਆਪਸ ਵਿੱਚ congruent ਹੋਣੀ ਚਾਹੀਦੀਆਂ ਨੇ, ਤਾਂ ਅਗਰ ਪਹਿਲੀ ਦੂਜੀ ਦੇ ਨਾਲ ਤੇ ਦੂਜੀ ਪਹਿਲੇ ਦੇ ਨਾਲ ਹੋਊਗੀ, that means this given relation is symmetric। ਹੁਣ ਆ ਜਾਓ ਤੀਸਰੇ ਰਿਲੇਸ਼ਨ ਦੇ ਉੱਪਰ ਚੈੱਕ ਕਰਨ ਦੇ ਲਈ ਕਿ ਕਿਆ ਭਾਈ ਉਹ ट्रांजिटिव ਵੀ ਹੈਗਾ, डेफिनेटली ਹੋਊਗਾ। क्यों? ਹੁਣ ਮੈਂ ਤਿੰਨ ट्रायंगल्स ਲੈ ਲੈਣਾ, ਆਪਾਂ ਕੀ ਪ੍ਰੂਵ ਕਰ ਰਹੇ ਹਾਂ, ट्रांजिटिव ਆਪਾਂ ਚੈੱਕ ਕਰ ਰਹੇ ਹਾਂ, ਠੀਕ ਹੈ। ਪ੍ਰੂਫ ਤਾਂ ਆਪਣੇ ਆਪ ਹੋ ਹੀ ਜਾਊਗਾ। ਤਾਂ ਹੁਣ ਆਪਾਂ ਪਹਿਲੇ ਲਿਆ ਇੱਕ ट्रायंगल ਲੈ ਲਈ, ਫਿਰ ਦੂਜੀ ਲੈ ਲਈ, ਫਿਰ ਤੀਜੀ ਲੈ ਲਈ। ਹੁਣ ਆਪਾਂ ਨੂੰ ਕੀ ਕਹਿ ਰਿਹਾ ਹੈ ਕਿ ਅਗਰ A is related to B, B is related to C, then A is related to C। ਇਹਦਾ ਮਤਲਬ ਕੀ ਬਣੂਗਾ ਕਿ ਅਗਰ ਫਸਟ ट्रायंगल ਸੈਕਿੰਡ ट्रायंगल ਦੇ ਨਾਲ ਕਨਗਰੂਐਂਟ ਹੈ, ਸੈਕਿੰਡ ਥਰਡ ਦੇ ਨਾਲ ਕਨਗਰੂਐਂਟ ਹੈ, ਡੈਫੀਨਿਟਲੀ ਇਹਦਾ ਮਤਲਬ ਕੀ ਬਣਿਆ ਕਿ ਇਹਦਾ ਸ਼ੇਪ ਔਰ ਸਾਈਜ਼ ਜਿਹੜਾ ਹੈ ਉਹ ਇਹਦੇ ਸ਼ੇਪ ਔਰ ਸਾਈਜ਼ ਦੇ ਨਾਲ ਸੇਮ ਹੈ ਔਰ ਇਹਦਾ ਜਿਹੜਾ ਸ਼ੇਪ ਔਰ ਸਾਈਜ਼ ਹੈ ਉਹ ਇਹਦੇ ਨਾਲ ਸੇਮ ਹੈ, ਤਾਂ ਡੈਫੀਨਿਟਲੀ ਫਿਰ ਫਸਟ ਥਰਡ ਦੇ ਨਾਲ ਵੀ ਤਾਂ congruence ਹੋਏਗੀ। that means if T1 is congruent to T2, T2 is congruent to T3, then T1 is congruent to T3, ठीक है। ਇਹਦਾ ਮਤਲਬ ਕੀ ਬਣੂਗਾ कि if T1 T2 belongs to R, this above relation, T2 T3 belongs to R means ये दो ट्रायंगल्स आपस ਵਿੱਚ congruent ਨੇ और T2 T3 ਨਾਲ congruent है, this implies that T1 is congruent to T3, okay। ਤਾਂ ਆ ਰਿਲੇਸ਼ਨ ਜਿਹੜਾ ਉਹਨੇ ਦਿੱਤਾ ਆਪਾਂ ਨੂੰ, ਇਹ ਰਿਲੇਸ਼ਨ ਤਿੰਨੋਂ ਫੀਚਰਸ, ਤਿੰਨੋਂ टाइप्स ऑफ रिलेशंस ਨੂੰ ਸੈਟੀਸਫਾਈ ਕਰਦਾ ਹੈ। दैट मींस कि आ गिवन रिलेशन रिफ्लेक्सिव भी है, सिमेट्रिक भी है, ट्रांजिटिव भी है। दैट मींस
this given relation through this set is equivalence relation. The equivalence relation the properties ਨੂੰ satisfy ਕਰ ਰਿਹਾ, that means this example fits in the equivalence relation example. Okay, ਇੱਕ ਅਦੀ examples ਆਪਾਂ ਹੋਰ ਦੇਖ ਲੈਂਦੇ ਆ. equivalence relations ਦੀ definition ਕਹਿ ਲਓ ਜਾਂ ਇਹ ਤਿੰਨ ਟਾਈਪ ਜਿਹੜੀਆਂ ਹੈਗੀਆਂ ਨੇ, reflexive, symmetric ਜਾਂ transitive, ਇਹਨਾਂ ਦੀ ਡੈਫੀਨੇਸ਼ਨ ਨੂੰ ਕਲੀਅਰ ਕਰਨ ਦੇ ਲਈ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ. ਇਸ ਐਗਜ਼ਾਮਪਲ ਦੇ ਵਿੱਚ ਆਪਾਂ ਮੰਨ ਕੇ ਚੱਲਦੇ ਆ ਕਿ L ਇਟ ਇਜ਼ ਅ ਸੈਟ ਆਫ ਆਲ ਲਾਈਨਸ ਇਨ ਅ ਪਲੇਨ. ਠੀਕ ਹੈ, ਉਹਦਾ ਇੱਕ ਸੈਟ ਹੈ, ਉਹ ਸਾਰੀਆਂ ਲਾਈਨਸ ਜਿਹੜੀਆਂ ਪਲੇਨਸ ਵਿੱਚ ਜਿੰਨੀਆਂ ਵੀ ਲਾਈਨਸ ਬਣ ਸਕਦੀਆਂ ਨੇ ਜਾਂ ਹੁੰਦੀਆਂ ਨੇ, ਉਹਨਾਂ ਦਾ ਇੱਕ ਸੈਟ ਆਪਾਂ ਲੈ ਲਿਆ L, ਔਰ ਉਸ ਸੈਟ ਤੋਂ ਇੱਕ ਰਿਲੇਸ਼ਨ ਆਪਾਂ ਡਿਫਾਈਨ ਕੀਤਾ, ਦੋ ਐਲੀਮੈਂਟਸ ਉਸ ਦੇ ਸੈਟ ਦੇ ਆਪਾਂ ਲਏ, ਇਸ ਤਰੀਕੇ ਨਾਲ ਲਏ ਕਿ ਉਹਨਾਂ 'ਚ ਰਿਲੇਸ਼ਨ ਕੀ ਹੈ ਉਹ ਲਾਈਨਸ ਦੇ ਵਿੱਚ ਕਿ L1 is related, यानी कि first element is perpendicular to second element, first line is perpendicular to second line. ठीक है, ਤਾਂ ਉਹ ਇਹ ਕਹਿੰਦਾ ਹੈ ਕਿ ਇਹ ਰਿਲੇਸ਼ਨ ਇਸ ਸੈਟ ਵਿੱਚ ਜੋ ਆਪਾਂ ਲਿਆ ਇਹਨੂੰ ਪ੍ਰੂਵ ਕਰਕੇ ਦਿਖਾਓ ਕਿ ਇਹ ਰਿਲੇਸ਼ਨ ਸਿਮੈਟ੍ਰਿਕ ਤਾਂ ਹੈਗਾ ਬਟ ਰਿਫਲੈਕਸਿਵ ਜਾਂ ਟ੍ਰਾਂਜ਼ਿਟਿਵ ਨਹੀਂ ਹੈਗਾ. ਤਾਂ ਆਪਾਂ ਪਹਿਲੇ ਰਿਫਲੈਕਸਿਵ ਚੈੱਕ ਕਰ ਲਈਏ. ਠੀਕ ਹੈ, ਰਿਫਲੈਕਸਿਵ ਚੈੱਕ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਹਰ ਇੱਕ ਐਲੀਮੈਂਟ ਆਪਣੇ ਆਪ ਦੇ ਨਾਲ ਰਿਲੇਟਡ ਹੈ ਕਿ ਨਹੀਂ ਹੈ. ਤਾਂ ਰਿਲੇਸ਼ਨ ਹੁਣ ਕੀ ਹੈ ਕਿ ਜਿਹੜਾ ਫਸਟ ਐਲੀਮੈਂਟ ਚੱਕਾਂਗੇ ਉਹ ਸੈਕਿੰਡ ਦੇ ਨਾਲ ਪਰਪੈਂਡੀਕੂਲਰ ਹੋਣਾ ਚਾਹੀਦਾ ਹੈ. ਤੇ ਜੇ ਆਪਾਂ ਸੇਮ ਲਾਈਨ ਹੀ ਲੈ ਲਈਏ L1 is L1 है ना, रिफ्लेक्सिव चेक कर रहे हैं ना, तो सेम एलिमेंट इज रिलेटेड टू सेम एलिमेंट. तो क्या हर एक लाइन अपने ऊपर परपेंडिकुलर हो सकती है? दैट मींस आ भी L होवे आ भी L1 होवे, नहीं ना हो सकती, ये पॉसिबल नहीं है. एवरी लाइन is not perpendicular to itself, अपने आप दे perpendicular नहीं हो सकती. That means this relation is not reflexive relation. ਹੁਣ ਆਪਾਂ ਚੈੱਕ ਕਰਦੇ ਹਾਂ ਕਿ क्या ਇਹ ਸਿਮੈਟ੍ਰਿਕ ਹੈ. तो सिमेट्रिक चेक करने के लिए फिर अपन दो डिफरेंट एलिमेंट लेने पैणगे. हाँ, दो डिफरेंट एलिमेंट डेफिनेटली तुहानू समझ गए होगे कि दो डिफरेंट एलिमेंट्स जरूर एक दूजे के ऊपर परपेंडिकुलर हो सकते हैं, यानी कि दो डिफरेंट लाइंस. सो L1 इज परपेंडिकुलर टू L2. तो आप दो लाइनें ले लिया, ਇਹਦਾ ਨਾਮ ਆਪਾਂ L1 ਲੈ ਲਿਆ ਔਰ ਇਹਦਾ ਨਾਮ ਆਪਾਂ L2 ਲੈ ਲਿਆ. ਤਾਂ ਕੋਈ ਵੀ ਦੋ ਐਲੀਮੈਂਟ ਚੱਕਾਂਗੇ, ਫਸਟ ਐਲੀਮੈਂਟ ਸੈਕਿੰਡ ਐਲੀਮੈਂਟ ਦੇ ਨਾਲ ਪਰਪੈਂਡੀਕੂਲਰ ਹੋਊਗਾ. दैट मीन्स दिस रिलेशन इज सिमेट्रिक. प्रूव हो गया. रिफ्लेक्सिव भी प्रूव हो गया कि नहीं है. ਹੁਣ ਆਪਾਂ ਚੈੱਕ ਕਰ ਲੈਂਦੇ ਹਾਂ ਥਰਡ ਰਿਲੇਸ਼ਨ ਆਪਾਂ ਨੂੰ ਕੀ ਕਹਿ ਰਿਹਾ ਹੈ ਕਿ क्या ਇਹ ट्रांजिटिव है या नहीं है. वैसे तो कह ਰਿਹਾ कि नहीं है, ਤਾਂ ਆਪਾਂ ਪ੍ਰੂਫ ਕਰਨਾ ਹੈ ਕਿ ਇਹ ट्रांजिटिव नहीं है. ਤਾਂ ਉਹਦੇ ਲਈ ਫਿਰ ਆਪਾਂ ਕੀ ਕਰਾਂਗੇ, ਉਹਦੇ ਲਈ ਆਪਾਂ ਕੋਈ ਦੋ ਐਲੀਮੈਂਟਸ ਲੈਣੇ ਆ, ਯਾਨੀ ਕਿ ਦੋ ਲਾਈਨਸ ਲਵਾਂਗੇ. ਉਹਦੇ ਵਿੱਚ ਫਸਟ ਲਾਈਨ ਸੈਕਿੰਡ ਦੇ ਪਰਪੈਂਡੀਕੂਲਰ ਹੈ और सेकंड लाइन थर्ड लाइन दे परपेंडिकुलर है. दिस इज द सिंबल ऑफ परपेंडिकुलर, यू ऑल नो दैट. यानी आप ड्रा करके देखते हैं फिर अपन समझ आएगा. ठीक है, आ होगी L1, आ होगी L2. ठीक है, ते L2 L3 दे परपेंडिकुलर है. इनू ਆਪਾਂ L2 ले लेने आ और आ 90 एंगल हो गया. हुन 90 एंगल दे ਆਪਾਂ एक होर लाइन खिंच लेने आ होगी L3. ये L2 दे दा परपेंडिकुलर है, यानी कि आ भी प्रूव हो रहा है, आ भी हो रहा है, लेकिन L1 L3 दे परपेंडिकुलर नहीं है, है ना. सो L1 इज नॉट परपेंडिकुलर टू L3. ਇਹਦਾ ਮਤਲਬ ਕੀ ਬਣਿਆ ਕਿ ਫਸਟ ਐਲੀਮੈਂਟ ਸੈਕਿੰਡ ਦੇ ਨਾਲ ਰਿਲੇਸ਼ਨ ਨੂੰ ਸੈਟੀਸਫਾਈ ਕਰਦਾ ਹੈ. ਰਿਲੇਸ਼ਨ ਕੀ ਹੈ ਕਿ ਦੋ ਐਲੀਮੈਂਟਸ ਆਪਸ ਵਿੱਚ ਪਰਪੈਂਡੀਕੂਲਰ ਹੋਣੇ ਚਾਹੀਦੇ ਨੇ. ਸੈਕਿੰਡ ਥਰਡ ਨੂੰ उस रिलेशन नाल सैटिस्फाई करता है कि सेकंड थर्ड नाल परपेंडिकुलर है, हो गया. लेकिन फर्स्ट थर्ड दे नाल परपेंडिकुलर नहीं है. वो तुसी देख ही रहे हो, अगर आप किसी भी तरह का फिगर आप बना लिए ਇਹਦੇ ਵਿੱਚ. सो L1 is not perpendicular to L3. that means कि पहला दूजे ਦੇ ਨਾਲ ਰਿਲੇਟਡ ਹੈ, ਦੂਜਾ ਤੀਜੇ ਦੇ ਨਾਲ, लेकिन पहला ਤੀਜੇ ਦੇ ਨਾਲ ਰਿਲੇਟਡ नहीं है. that means it's not transitive. ਤਾਂ ਆਪਣੀ ਗੱਲ ਸਾਰੀ ਪ੍ਰੂਵ ਹੋ ਗਈ ਜੋ ਕਹਿ ਰਿਹਾ ਹੈ कि सिमेट्रिक तो है बट रिफ्लेक्सिव ते ट्रांजिटिव नहीं है. तो इस तरह मैं तुहानू कुछ रिलेशनस दस्से ने. अज के टॉपिक दे विच आपां डिस्कस किया रिलेशनस की होंदे ने, उन्हां दी टाइप्स की है. 6 टाइप्स मैं तुहानू दसियां ने. एम्प्टी रिलेशन, यूनिवर्सल रिलेशन, रिफ्लेक्सिव रिलेशन, सिमेट्रिक रिलेशन, ट्रांजिटिव रिलेशन एंड इक्विवेलेंस रिलेशन.
ਔਰ ਉਹਨਾਂ ਤੋਂ ਰਿਲੇਟਡ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੱਸੀਆਂ ਨੇ। ਹੋਪ ਕਿ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। NCERT ਬੁੱਕਸ ਨੂੰ ਮੈਂ ਜਿਹੜਾ ਹੈਗਾ ਇਹਦੇ ਵਿੱਚ ਰੈਫਰ ਕਰ ਰਿਹਾ। ਤੁਸੀਂ ਇਹਦੀ ਫਸਟ ਐਕਸਰਸਾਈਜ਼ ਜੋ ਰਿਲੇਸ਼ਨ ਤੋਂ ਰਿਲੇਟਡ ਆਪਣੀ ਰਿਲੇਸ਼ਨ ਤੋਂ ਰਿਲੇਟਡ ਜਿਹੜੀ ਐਕਸਰਸਾਈਜ਼ ਆ ਉਹ ਤੁਸੀਂ ਕਰ ਸਕਦੇ ਹੋ। ਔਰ ਮੇਰਾ ਫੋਨ ਨੰਬਰ ਤੇ ਮੇਰਾ ਈਮੇਲ ਆਈਡੀ ਜਿਹੜਾ ਹੈਗਾ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ। ਮੇਰੇ ਪਿਛਲੇ ਚੈਪਟਰਸ ਜਿਹੜੇ ਮੈਂ ਤੁਹਾਨੂੰ ਡਿਸਕਸ ਕੀਤੇ ਹੈ ਮੈਟ੍ਰਿਸਿਸ ਔਰ ਡਿਟਰਮੀਨੈਂਟਸ, ਉਹਨਾਂ ਦੇ ਲਿੰਕ ਵੀ ਮੈਂ ਉਹਦੇ ਵਿੱਚ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਰਿਹਾ ਤਾਂ ਕਿ ਤੁਹਾਨੂੰ ਈਜ਼ੀਲੀ ਉਹ ਅਵੇਲੇਬਲ ਹੋ ਜਾਣ। ਔਰ ਕੋਈ ਵੀ ਅਗਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਕੋਈ ਵੀ ਤੁਹਾਨੂੰ ਅਗਰ ਡਿਫਿਕਲਟੀ ਆ ਰਹੀ ਹੈ ਕਿਸੇ ਵੀ ਕੁਐਸਚਨਸ ਦੇ ਵਿੱਚ, ਤਾਂ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਈਮੇਲ ਆਈਡੀ ਦੇ ਉੱਪਰ ਆਪਣੀ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹੋ। ਤੇ ਅੱਜ ਆਪਾਂ ਟੌਪਿਕ ਖਤਮ ਕੀਤਾ ਹੈ ਰਿਲੇਸ਼ਨਸ ਦਾ। ਨੈਕਸਟ ਟਾਈਮ ਵੀ ਸ਼ੈਲ ਸਟਾਰਟ ਵਿਦ ਫੰਕਸ਼ਨਸ। See you.